Hello everyone. Yesterday we started a chapter of 7th class, chapter number 1, 3 questions, and we read its first part and we read that there is a king who wants answer of his 3 questions. What were the 3 questions? His 3 question was, first is, what is the right time to begin something? ਕਿਸੇ ਕੰਮ ਨੂੰ ਸ਼ੁਰੂ ਕਰਨ ਦਾ ਸਹੀ ਸਮੇਂ ਕਿਹੜਾ ਹੈ? Which people should he listen to? ਕਿਹੜੇ ਲੋਕਾਂ ਨੂੰ ਸੁਣਨਾ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ? Which is the most important thing for him to do? ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੈ ਜਿਹੜੀ ਕਿ ਉਸਨੂੰ ਕਰਨੀ ਚਾਹੀਦੀ ਹੈ? ਉਸਨੂੰ ਇਸ ਤਿੰਨਾਂ ਕੁਐਸਚਨ ਦੇ ਬਹੁਤ ਸਾਰੇ ਆਨਸਰ ਮਿਲਦੇ ਹਨ, ਲੇਕਿਨ ਉਹ ਕਿਸੇ ਵੀ ਕੁਐਸਚਨ ਤੋਂ ਸੈਟਿਸਫਾਈ ਨਹੀਂ ਹੁੰਦਾ ਅਤੇ ਉਸ ਤੋਂ ਬਾਅਦ ਉਹ ਇੱਕ ਹਰਮਿਤ ਕੋਲ ਜਾਂਦਾ ਹੈ। ਉਸ ਹਰਮਿਤ ਤੋਂ ਉਹ ਆਨਸਰਸ ਦੀ ਡਿਮਾਂਡ ਕਰਦਾ ਹੈ, ਲੇਕਿਨ ਹਰਮਿਤ ਉਸਨੂੰ ਜਵਾਬ ਨਹੀਂ ਦਿੰਦਾ ਅਤੇ ਆਪਣੇ ਕੰਮ ਜਾਰੀ ਰੱਖਦਾ ਹੈ। ਅਤੇ ਸ਼ਾਮ ਹੋਣ 'ਤੇ ਜਦੋਂ ਰਾਜਾ ਬਿਲਕੁਲ ਥੱਕ ਜਾਂਦਾ ਹੈ ਤਾਂ ਉਹ ਬਹੁਤ ਹੀ ਗੁੱਸੇ ਵਿੱਚ ਉਸ ਸਾਧੂ ਨੂੰ ਕਹਿੰਦਾ ਹੈ ਕਿ ਜੇਕਰ ਤੁਹਾਡੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹਨ ਤਾਂ ਤੁਸੀਂ ਮੈਨੂੰ ਇੱਥੋਂ ਜਾ ਲੈਣ ਦਿਓ। ਅਤੇ ਉਦੋਂ ਹੀ ਉੱਥੋਂ ਇੱਕ ਆਦਮੀ ਦੀ ਐਂਟਰੀ ਹੁੰਦੀ ਹੈ ਜਿਹੜਾ ਕਿ ਬਹੁਤ ਹੀ ਘਾਇਲ ਅਵਸਥਾ ਦੇ ਵਿੱਚ ਹੁੰਦਾ ਹੈ। ਠੀਕ ਹੈ, ਇੱਥੋਂ ਆਪਣਾ ਸੈਕਿੰਡ ਹਾਫ ਸ਼ੁਰੂ ਹੁੰਦਾ ਹੈ। ਸੋ ਲੈਟਸ ਸਟਾਰਟ। The king turned round and saw a bearded man running towards them. ਕਿੰਗ ਜਿਹੜਾ ਹੈ ਘੁੰਮ ਕੇ ਦੇਖਦਾ ਹੈ ਕਿ ਇੱਕ ਬਹੁਤ ਹੀ ਦਾੜੀ ਜਿਹਦੇ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਐਸਾ ਵਿਅਕਤੀ ਉਹਨਾਂ ਦੇ ਵੱਲ ਭੱਜਿਆ ਆ ਰਿਹਾ ਹੈ। His hands was pressed against his stomach. ਉਹਨੇ ਆਪਣੇ ਹੱਥ ਜਿਹੜੇ ਆ ਉਹਨਾਂ ਨੂੰ ਆਪਣੇ ਸਟਮਚ ਦੇ ਉੱਪਰ ਰੱਖਿਆ ਹੋਇਆ ਹੈ। From which blood was flowing. ਜਿੱਥੋਂ ਕਿ ਖੂਨ ਬਹਿ ਰਿਹਾ ਸੀ, ਮਤਲਬ ਕਿ ਉਹਦੇ ਪੇਟ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ। When he reached the king, he fainted. Fainted ਦਾ ਮੀਨਿੰਗ ਆਪਾਂ ਕੱਲ੍ਹ ਦੇਖਿਆ ਸੀ। Fainted ਦਾ ਮੀਨਿੰਗ ਕੀ ਹੁੰਦਾ ਆ? Lost consciousness, ਮਤਲਬ ਕਿ ਬੇਹੋਸ਼ ਹੋ ਜਾਣਾ। And fell to the ground. ਅਤੇ ਨਾਲ ਹੀ ਉਹ ਜ਼ਮੀਨ 'ਤੇ ਗਿਰ ਜਾਂਦਾ ਹੈ। The king and the hermit removed the man's cloth and found a large wound in his stomach. ਅਤੇ ਕਿੰਗ ਅਤੇ ਹਰਮਿਤ ਕੀ ਕਰਦੇ ਆ? ਉਹਦੇ ਕੱਪੜੇ ਉਤਾਰਦੇ ਆ ਅਤੇ ਉੱਥੇ ਵੇਖਦੇ ਆ ਕਿ ਬਹੁਤ ਵੱਡਾ ਜ਼ਖਮ ਹੋ ਚੁੱਕਿਆ ਹੈ ਉਹਦੇ ਸਟਮਚ। ਵਾਊਂਡ ਕੀ ਹੁੰਦਾ ਹੈ? ਜ਼ਖਮ। The king washed and covered it with his handkerchief, but the blood would not stop flowing. ਕਿੰਗ ਕੀ ਕਰਦਾ ਹੈ? ਉਸ ਜ਼ਖਮ ਨੂੰ ਵਾਸ਼ ਕਰਦਾ ਆ ਅਤੇ ਉਸਨੂੰ ਆਪਣੀ ਹੈਂਕਰਚੀਫ ਦੇ ਨਾਲ, ਆਪਣੇ ਰੁਮਾਲ ਦੇ ਨਾਲ ਕਵਰ ਕਰ ਦਿੰਦਾ ਆ, ਬਟ ਜਿਹੜਾ ਬਲੱਡ ਹੁੰਦਾ ਆ ਉਹ ਨਿਕਲਣਾ ਬੰਦ ਨਹੀਂ ਹੁੰਦਾ। The king redressed the wound. Redressed ਮਤਲਬ ਕਿ ਉਸ ਜ਼ਖਮ ਨੂੰ ਦੁਬਾਰਾ ਤੋਂ ਡਰੈਸਅਪ ਕਰਦਾ ਹੈ, ਮਤਲਬ ਕਿ ਉਹਦੀ ਡਰੈਸਿੰਗ ਦੁਬਾਰਾ ਕਰਦਾ, ਉੱਥੇ ਦੁਬਾਰਾ ਪੱਟੀ ਕਰਦਾ ਆ। Until at last the bleeding stopped. ਅਤੇ ਉਹ ਅਜਿਹਾ ਹੀ ਕਿੰਨੇ ਟਾਈਮ ਕਰਦਾ ਹੈ? ਜਦ ਤੱਕ ਜਿਹੜਾ ਉੱਥੋਂ ਦਾ ਖੂਨ ਬਹਿਣਾ ਉਹ ਬੰਦ ਨਹੀਂ ਹੋ ਜਾਂਦਾ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਰਾਜੇ ਅਤੇ ਹਰਮਿਤ ਨੇ ਉਸ ਦੇ ਜ਼ਖਮ ਦੀ ਦੇਖਭਾਲ ਕੀਤੀ ਹੈ। The man felt better and asked for ਸਮਥਿੰਗ ਟੂ ਡਰਿੰਕ। ਅਤੇ ਥੋੜ੍ਹੇ ਟਾਈਮ ਬਾਅਦ ਜਿਹੜਾ ਉਹ ਇਨਸਾਨ ਹੈ ਉਹ ਬੈਟਰ ਫੀਲ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਕੁਛ ਪੀਣ ਦੇ ਲਈ ਦਿੱਤਾ ਜਾਵੇ। The king bring fresh water and give it to him. ਕਿੰਗ ਕੀ ਕਰਦਾ ਹੈ? ਫਰੈਸ਼ ਵਾਟਰ ਲੈ ਕੇ ਆਉਂਦਾ ਹੈ ਅਤੇ ਉਸਨੂੰ ਪੀਣ ਦੇ ਲਈ ਦਿੰਦਾ ਹੈ। By this time the sun had set and the air was cool. ਇਸ ਸਮੇਂ ਤੱਕ ਸੂਰਜ ਜਿਹੜਾ ਛਿਪ ਜਾਂਦਾ ਹੈ ਅਤੇ ਹਵਾ ਜਿਹੜੀ ਹੈ ਬਹੁਤ ਠੰਡੀ ਚੱਲ ਰਹੀ ਹੁੰਦੀ ਹੈ। The king with the hermit's help carried the wounded man into the hut. ਅਤੇ ਕਿੰਗ ਕੀ ਕਰਦਾ ਆ? ਹਰਮਿਤ ਦੀ ਮਦਦ ਦੇ ਨਾਲ ਉਸ ਜ਼ਖਮੀ ਆਦਮੀ ਨੂੰ ਝੌਂਪੜੀ ਦੇ ਅੰਦਰ ਲੈ ਜਾਂਦਾ ਹੈ। ਐਂਡ ਲੇਡ ਹਿਮ ਔਨ ਦਾ ਬੈੱਡ। ਅਤੇ ਉਹਨੂੰ ਬੈੱਡ ਦੇ ਉੱਪਰ ਲਿਟਾ ਦਿੰਦਾ ਹੈ। ਦਾ ਮੈਨ ਕਲੋਜ਼ਡ ਹਿਜ਼ ਆਈਜ਼ ਐਂਡ ਲੇ ਕੁਆਇਟ। ਅਤੇ ਉਹ ਆਦਮੀ ਕੀ ਕਰਦਾ ਹੈ? ਚੁੱਪਚਾਪ ਲੇਟਿਆ ਰਹਿੰਦਾ ਅਤੇ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ। ਦ ਕਿੰਗ ਟਰਾਈਡ by his walk and the work he had done, laid down on the floor and slept throughout the night. ਕਿੰਗ ਕੀ ਕਰਦਾ ਹੈ? ਉਹ ਇੰਨਾ ਸਾਰਾ ਕੰਮ ਕਰਕੇ ਬਹੁਤ ਜ਼ਿਆਦਾ ਟਾਇਰਡ ਹੋ ਚੁੱਕਿਆ ਸੀ, ਥੱਕ ਚੁੱਕਿਆ ਸੀ, ਇਸ ਕਰਕੇ ਉਹ ਆਪਣਾ ਕੰਮ ਜਿਹੜਾ ਆ ਖ਼ਤਮ ਕਰਦਾ ਹੈ ਅਤੇ ਜ਼ਮੀਨ ਦੇ ਉੱਪਰ ਲੇਟ ਜਾਂਦਾ ਹੈ ਅਤੇ ਸਾਰੀ ਰਾਤ ਉੱਥੇ ਜ਼ਮੀਨ 'ਤੇ ਹੀ ਸੁੱਤਾ ਰਹਿੰਦਾ ਹੈ। When he woke, it was several minutes before he could remember
whether he was or who the strange bearded man lying on the bed was। ਜਦੋਂ ਉਹ ਸੁਬਾਹ ਉੱਠਿਆ ਤਾਂ ਉਹਨੂੰ ਥੋੜ੍ਹਾ ਟਾਈਮ ਲੱਗਦਾ ਹੈ ਸਭ ਕੁਝ ਸਮਝਣ ਦੇ ਲਈ ਕਿ ਇਹ ਸਭ ਕੀ ਸੀ, ਠੀਕ ਹੈ, ਕਿਉਂਕਿ ਉਹ ਰਾਜਾ ਹੈ, ਜਿਵੇਂ ਰੋਜ਼ ਸੁਬਾਹ ਉੱਠਦਾ ਹੈ, ਠੀਕ ਹੈ, ਉਹਨੂੰ ਉਸੇ ਤਰ੍ਹਾਂ ਹਾਲਤ ਪਈ ਹੋਈ ਸੀ। ਲੇਕਿਨ ਅੱਜ ਜਦੋਂ ਉਹਨੂੰ ਉੱਠਿਆ ਮਾਹੌਲ ਥੋੜ੍ਹਾ ਦੇਖਿਆ ਕਿ ਇਹ ਅਜੀਬ ਹੋ ਰੱਖਿਆ ਹੈ ਅਤੇ ਉਸਨੂੰ ਥੋੜ੍ਹਾ ਟਾਈਮ ਲੱਗਦਾ ਹੈ ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ। ਫੋਰਗਿਵ ਮੀ ਸੈਡ ਦ ਬੀਅਰਡ ਮੈਨ ਇਨ ਆ ਵੀਕ ਵੋਇਸ। ਵੀਕ ਮਤਲਬ ਕਮਜ਼ੋਰ ਜਿਹੀ ਆਵਾਜ਼ ਦੇ ਵਿੱਚ ਉਸ ਦਾੜੀ ਵਾਲੇ ਆਦਮੀ ਨੇ ਕਿਹਾ ਕਿ ਮੈਨੂੰ ਮਾफ़ ਕਰ ਦਿਓ। ਵੈਨ ਹੀ ਸੌ ਦੈਟ ਦ ਕਿੰਗ ਵॉज ਅਵੇਕ। ਜਦੋਂ ਹੀ ਉਸਨੇ ਦੇਖਿਆ ਕਿ ਰਾਜਾ ਬਿਲਕੁਲ ਜਾਗ ਗਿਆ ਹੈ, ਉਦੋਂ ਉਸਨੇ ਇਹ ਸ਼ਬਦ ਕਹੇ, ਆਈ ਡੋਂਟ ਨੋ ਯੂ ਐਂਡ ਹੈਵ ਨਥਿੰਗ ਟੂ ਫੋਰਗਿਵ ਯੂ ਫॉर ਸੈਡ ਦ ਕਿੰਗ। ਕਿੰਗ ਕਹਿੰਦਾ ਹੈ ਕਿ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਅਤੇ ਨਾ ਹੀ ਮੈਂ ਤੁਹਾਨੂੰ ਜਾਣਦਾ ਹਾਂ, ਤਾਂ ਮੈਂ ਤੁਹਾਨੂੰ ਕਾਹਦੇ ਲਈ ਮਾफ़ ਕਰਾਂ। ਯੂ ਡੋਂਟ ਨੋ ਮੀ ਬਟ ਆਈ ਨੋ ਯੂ। ਆਈ ਐਮ ਦ ਐਨਮੀ ਆਫ yours who swore revenge on you because you put my brother to death and seized my property। ਅਤੇ ਉਹ ਆਦਮੀ ਉੱਤਰ ਦਿੰਦਾ ਹੈ ਕਿ ਤੁਸੀਂ ਮੈਨੂੰ ਨਹੀਂ ਜਾਣਦੇ, ਲੇਕਿਨ ਮੈਂ ਤੁਹਾਨੂੰ ਜਾਣਦਾ ਹਾਂ। ਮੈਂ ਤੁਹਾਡਾ ਦੁਸ਼ਮਣ ਹਾਂ ਜਿਹੜਾ ਕਿ ਤੁਹਾਡੇ ਤੋਂ ਰਿਵੈਂਜ ਲੈਣਾ ਚਾਹੁੰਦਾ ਸੀ। ਰਿਵੈਂਜ ਮਤਲਬ ਬਦਲਾ। ਬਿਕੋਜ਼ ਕਿਉਂ ਲੈਣਾ ਚਾਹੁੰਦਾ ਸੀ ਬਦਲਾ? ਬਿਕੋਜ਼ ਤੁਸੀਂ ਮੇਰੇ ਜਿਹੜਾ ਬ੍ਰਦਰ ਹੈ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਡੀ ਜਿਹੜੀ ਪ੍ਰੋਪਰਟੀ ਸੀ ਉਹਨੂੰ ਸੀਜ਼ਡ ਕਰ ਲਿਆ। ਸੀਜ਼ਡ ਮਤਲਬ ਕਿ ਟੁੱਕ ਬਾਏ ਫੋਰਸ, ਤੁਸੀਂ ਉਸਨੂੰ ਸਾਡੇ ਤੋਂ ਧੱਕੇ ਨਾਲ ਲੈ ਲਿਆ ਸੀ। ਆਈ ਨੋ ਯੂ ਗੋਨ ਅਲੋਨ ਟੂ ਸੀ ਦੈਟ hermit and I made up my mind to kill you on your way home but the day passed and you didn't return। ਅਤੇ ਉਹ ਕਹਿੰਦਾ ਕਿ ਮੈਂ ਦੇਖ ਰਿਹਾ ਸੀ ਕਿ ਤੁਸੀਂ ਹਰਮਿਤ ਦੇ ਕੋਲ ਇਕੱਲੇ ਆ ਰਹੇ ਹੋ, ਇਸ ਕਰਕੇ ਮੈਂ ਤੁਹਾਨੂੰ ਮਾਰਨ ਦਾ ਪਲਾਨ ਬਣਾਇਆ। ਆਪਣੇ ਮਾਈਂਡ ਦੇ ਵਿੱਚ ਇਹ ਚੀਜ਼ ਸੋਚ ਲਈ ਸੀ ਕਿ ਮੈਂ ਤੁਹਾਨੂੰ ਮਾਰ ਦੇਣਾ ਹੈ ਜਦੋਂ ਤੁਸੀਂ ਆਪਣੇ ਘਰ ਲਈ ਵਾਪਸੀ ਕਰੋਗੇ। ਲੇਕਿਨ ਦਿਨ ਪੂਰਾ ਲੰਘ ਗਿਆ ਸੀ ਅਤੇ ਤੁਸੀਂ ਵਾਪਸ ਨਹੀਂ ਆ ਰਹੇ ਸੀ। ਸੋ ਆਈ ਲੈਫਟ ਮਾਈ ਹਾਈਡਿੰਗ ਪਲੇਸ ਐਂਡ ਕਮ ਅਪੋਨ ਦ ਯੋਰ ਬੋਡੀਗਾਰਡਸ। ਅਤੇ ਇਸ ਕਰਕੇ ਮੈਂ ਆਪਣੀ ਜਿਹੜੀ ਜਗ੍ਹਾ 'ਤੇ ਲੁਕਿਆ ਹੋਇਆ ਸੀ ਉਸ ਜਗ੍ਹਾ ਨੂੰ ਛੱਡ ਦਿੱਤਾ ਅਤੇ ਜਦ ਬਾਹਰ ਆਇਆ ਤਾਂ ਤੁਹਾਡੇ ਬੋਡੀਗਾਰਡਸ ਦੇਖੇ, ਹੂ ਰਿਕਗਨਾਈਜ਼ਡ ਮੀ ਐਂਡ ਵਾਊਂਡਡ ਮੀ, ਜਿਨ੍ਹਾਂ ਨੇ ਮੈਨੂੰ ਪਹਿਚਾਣ ਲਿਆ ਅਤੇ ਮੈਨੂੰ ਜ਼ਖਮੀ ਕਰ ਦਿੱਤਾ। ਆਈ ਐਸਕੇਪ ਫਰੋਮ ਦੈਮ ਬਟ ਆਈ ਸ਼ੁੱਡ ਹੈਵ ਡਾਈਡ ਇਫ ਯੂ ਹੈਡ ਨੋਟ ਡਰੈਸਡ ਮਾਈ ਵੌਂਡਸ। ਅਤੇ ਉਹਨਾਂ ਤੋਂ ਬਚਦਾ ਹੋਇਆ ਮੈਂ ਇੱਥੇ ਆ ਗਿਆ, ਲੇਕਿਨ ਅਗਰ ਤੁਸੀਂ ਮੇਰੇ ਜ਼ਖਮਾਂ ਦੀ ਦੇਖਭਾਲ ਨਾ ਕਰਦੇ ਤਾਂ ਮੈਂ ਮਰ ਜਾਣਾ ਸੀ। ਆਈ ਵਿਸ਼ ਟੂ ਕਿਲ ਯੂ ਐਂਡ ਯੂ ਹੈਵ ਸੇਵਡ ਮਾਈ ਲਾਈਫ। ਨਾਓ ਇਫ ਆਈ ਲਿਵ I will serve you as your most faithful servant and will order my sons to do the same। ਤੇ ਉਹ ਕਹਿੰਦਾ ਹੈ ਕਿ ਮੇਰੀ ਇੱਛਾ ਹੈ ਮੈਂ ਤੁਹਾਨੂੰ ਮਾਰਨ ਦੀ ਇੱਛਾ ਜਤਾਈ, ਲੇਕਿਨ ਤੁਸੀਂ ਮੇਰੀ ਜੀਵਨ ਨੂੰ ਬਚਾਇਆ। ਜੇਕਰ ਹੁਣ ਮੈਂ ਜਿਉਂਦਾ ਹਾਂ ਤਾਂ ਸਿਰਫ ਤੁਹਾਡੇ ਕਰਕੇ, ਅਤੇ ਮੈਂ ਹੁਣ ਤੁਹਾਡਾ ਇੱਕ ਵਫਾਦਾਰ ਸਰਵੈਂਟ ਬਣ ਕੇ ਰਹਾਂਗਾ ਅਤੇ ਆਪਣੇ ਬੱਚਿਆਂ ਨੂੰ ਵੀ, ਮੈਂ ਆਪਣੇ ਪੁੱਤਰਾਂ ਨੂੰ ਵੀ ਇਹੀ ਆਰਡਰ ਦਊਂਗਾ ਕਿ ਉਹ ਵੀ ਮੇਰੇ ਵਾਂਗੂ ਹੀ ਤੁਹਾਡੇ ਆਰਡਰਸ ਨੂੰ ਫੋਲੋ ਕਰਨ ਅਤੇ ਤੁਹਾਡੇ ਗੁਲਾਮ ਬਣ ਕੇ ਰਹਿਣ। ਫੋਰਗਿਵ ਮੀ, ਤੁਸੀਂ ਕਿਰਪਾ ਕਰਕੇ ਮੈਨੂੰ ਮਾफ़ ਕਰ ਦਿਓ। The king was very happy to have and made peace with his enemy so easily and to have won him over as a friend। ਰਾਜਾ ਵੀ ਉਸਨੂੰ ਮਾफ़ ਕਰ ਦਿੰਦਾ ਹੈ ਖੁਸ਼ੀ ਖੁਸ਼ੀ ਅਤੇ ਉਹਨੂੰ ਆਪਣਾ ਦੋਸਤ ਬਣਾ ਲੈਂਦਾ। ਹੀ ਨਾਟ ਓਨਲੀ ਫੋਰਗਿਵ ਹਿਮ ਬਟ ਸੈਡ ਹੀ ਵੁੱਡ ਰਿਟਰਨ ਹਿਜ਼ ਪ੍ਰੋਪਰਟੀ ਐਂਡ ਸੈਂਡ ਡਾਕਟਰ ਟੂ ਲੁੱਕ ਆਫਟਰ ਹਿਮ। ਅਤੇ ਉਹ ਕਹਿੰਦਾ ਹੈ ਕਿ ਮੈਂ ਤੁਹਾਡੀ ਪ੍ਰੋਪਰਟੀ ਵੀ ਵਾਪਸ ਦੇ ਦੂੰਗਾ ਅਤੇ ਡਾਕਟਰਸ ਵੀ ਭੇਜੂੰਗਾ ਤੁਹਾਡੀ ਦੇਖਭਾਲ ਦੇ ਲਈ। ਲੀਵਿੰਗ ਦ ਵਾਊਂਡਡ ਮੈਨ ਦ ਕਿੰਗ ਵੈਂਟ ਆਊਟ ਆਫ ਦ ਹਟ ਐਂਡ ਲੁੱਕਡ ਰਾਊਂਡ ਫॉर ਦ ਹਰਮਿਟ। ਅਤੇ ਉਸ ਜ਼ਖਮੀ ਆਦਮੀ ਨੂੰ ਛੱਡ ਕੇ ਰਾਜਾ ਹੁਣ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਉਸ ਹਰਮਿਤ ਦੇ ਕੋਲ। ਬਿਫੋਰ ਗੋਇੰਗ ਅਵੇ ਹੀ ਵਿਸ਼ਡ ਵਨਸ ਮੋਰ ਟੂ ਗੈਟ ਆਨਸਰਸ ਆਫ ਹਿਸ ਕੁਐਸ਼ਚਨਸ। ਅਤੇ ਹੁਣ ਉਹ ਉੱਥੋਂ ਵਾਪਸੀ ਕਰਨ ਲੱਗਿਆ ਸੀ, ਵਾਪਸ ਆਪਣੇ ਰਾਜ ਮਹਿਲ ਜਾਣ ਲੱਗਿਆ ਸੀ, ਲੇਕਿਨ ਉਹਦਾ ਜੀਅ ਕੀਤਾ ਕਿ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਹੋਰ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਹਰਮਿਤ ਤੋਂ ਮੰਗਾ। ਦ ਹਰਮਿਟ ਵਾਜ਼ ਔਨ ਹਿਜ਼ ਨੀਜ਼ ਸ਼ੋਇੰਗ ਸੀਡਸ ਇਨ ਦ ਬੈਡਸ ਦੈਟ ਹੀ ਹੈਡ ਡਗ ਦ ਡੇ ਬਿਫੋਰ।
ਹਰਮਿਤ ਜਿਹੜਾ ਹੈ ਉਹ ਆਪਣੇ ਗੋਡਿਆਂ ਭਾਰ ਬੈਠਾ ਹੋਇਆ ਸੀ ਅਤੇ ਆਪਣੇ ਬਣਾਏ ਗਏ ਖੇਤ ਵਿੱਚ ਜਿਹੜਾ ਜ਼ਮੀਨ ਉਹਨੇ ਪੁੱਟੀ ਸੀ ਉਹਦੇ ਵਿੱਚ ਬੀਜ ਬੀਜ ਰਿਹਾ ਸੀ। The king went up to the hermit and said, "For the last time I beg you to answer my question, wise man." ਤੇ ਹਰਮਿਤ ਕੋਲ ਜਾ ਕੇ ਕਿੰਗ ਜਿਹੜਾ ਉਹ ਕਹਿੰਦਾ ਆ ਕਿ ਮੈਂ ਤੁਹਾਨੂੰ ਲਾਸਟ ਟਾਈਮ ਬੇਨਤੀ ਕਰਦਾ ਹੈ, ਬੈਗ ਮਤਲਬ ਬੇਨਤੀ ਕਰਨਾ, ਕਿ ਤੁਸੀਂ ਮੇਰੇ ਕੁਐਸਚਨਸ ਦੇ ਆਨਸਰ ਦਿਓ, ਹੇ ਬੁੱਧੀਮਾਨ ਆਦਮੀ। ਯੂ ਹੈਵ ਆਲਰੇਡੀ ਬੀਨ ਆਨਸਰਡ, ਸੈਡ ਦਾ ਹਰਮਿਤ। ਹਰਮਿਤ ਨੇ ਕੀ ਕਿਹਾ, ਪੰਡਿਤ ਕੀ ਕਹਿੰਦਾ ਉਸਨੂੰ, ਸਾਧੂ ਆਦਮੀ ਕੀ ਕਹਿੰਦਾ ਕਿ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਆਲਰੇਡੀ ਮਿਲ ਚੁੱਕੇ ਨੇ। Still bending down to the knee and looking up at the king as he stood before him, "How have I been answered? What do you mean?" ਤੇ ਉਹਨੂੰ ਇੱਕ ਦੂਜੇ ਦੇ ਸਾਹਮਣੇ ਬਿਲਕੁਲ ਆਪਣੇ ਨੀਜ਼ ਬੈਂਡ ਕਰਕੇ ਗਰਾਊਂਡ ਦੇ ਉੱਪਰ ਬੈਠੇ ਹੁੰਦੇ ਆ ਅਤੇ ਰਾਜਾ ਉਸਨੂੰ ਪੁੱਛਦਾ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਹਾਡੇ ਕਹਿਣ ਦਾ ਮਤਲਬ ਕੀ ਹੈ ਕਿ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ। "Don't you see," replied the hermit, ਹਰਮਿਤ ਕਹਿੰਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਨੋਟਿਸ ਨਹੀਂ ਕੀਤਾ, ਤੁਸੀਂ ਦੇਖਿਆ ਨਹੀਂ। "If you had not pitied my weakness yesterday and had not dug these beds for me, you would have gone away. Then that man would have attacked you and you would have wished you had stayed with me. So the most important time was when you were digging the beds, and I was the most important man, and to do me good was your most important business." ਤੇ ਉਹ ਪੰਡਿਤ ਉਸ ਨੂੰ ਜਵਾਬ ਦਿੰਦਾ ਹੈ ਕਿ ਜਦੋਂ ਤੁਸੀਂ ਕੱਲ੍ਹ ਮੇਰੇ ਕੋਲ ਆਏ ਤੁਸੀਂ ਦੇਖਿਆ ਕਿ ਮੈਂ ਬਹੁਤ ਕਮਜ਼ੋਰ ਸੀ, ਠੀਕ ਆ, ਵੀਕਨੈਸ ਤੋਂ ਸਫਰ ਕਰ ਰਿਹਾ ਸੀ, ਅਤੇ ਤੁਸੀਂ ਮੇਰੇ ਲਈ ਬੈਡ ਜਿਹੜੀਆਂ ਜ਼ਮੀਨ ਸੀ ਉਸ ਨੂੰ ਖੋਦਿਆ ਅਤੇ ਮੇਰੇ ਲਈ ਜ਼ਮੀਨ ਤਿਆਰ ਕੀਤੀ ਤਾਂ ਕਿ ਮੈਂ ਉੱਥੇ ਬੀਜ ਬੀਜ ਸਕਾਂ। ਜੇਕਰ ਤੁਸੀਂ ਅਜਿਹਾ ਨਾ ਕਰਦੇ, ਇੱਥੋਂ ਵਾਪਸ ਚਲੇ ਜਾਂਦੀ, ਤਾਂ ਰਸਤੇ ਵਿੱਚ ਉਸ ਆਦਮੀ ਨੇ ਤੁਹਾਡੇ 'ਤੇ ਅਟੈਕ ਕਰ ਦੇਣਾ ਸੀ, ਠੀਕ ਹੈ, ਤਾਂ ਤੁਸੀਂ ਮਰ ਜਾਣਾ ਸੀ। ਅਤੇ ਤੁਸੀਂ ਇਸ ਚੀਜ਼ ਨੂੰ ਸਮਝਿਆ ਕਿ ਮੈਨੂੰ ਤੁਹਾਡੀ ਜ਼ਰੂਰਤ ਹੈ ਅਤੇ ਤੁਸੀਂ ਇੱਥੇ ਰਹਿਣ ਦਾ ਫੈਸਲਾ ਕੀਤਾ। ਐਂਡ ਇਹਦਾ ਮਤਲਬ ਕੀ ਹੋਇਆ ਕਿ ਮੋਸਟ ਇੰਪੋਰਟੈਂਟ ਟਾਈਮ ਕੀ ਸੀਗਾ, ਜਦੋਂ ਤੁਸੀਂ ਮੇਰੇ ਲਈ ਇਹ ਜ਼ਮੀਨ ਪੁੱਟਣ ਦਾ ਫੈਸਲਾ ਕੀਤਾ। ਅਤੇ ਤੁਹਾਡੇ ਲਈ ਉਸ ਵਕਤ ਇੰਪੋਰਟੈਂਟ ਪਰਸਨ ਕੌਣ ਸੀਗਾ, ਆਈ, ਮਤਲਬ ਕਿ ਮੈਂ। ਅਤੇ ਤੁਹਾਡਾ ਸਭ ਤੋਂ ਇੰਪੋਰਟੈਂਟ ਬਿਜ਼ਨਸ ਕੀ ਸੀਗਾ ਉਸ ਟਾਈਮ, ਮੇਰੇ ਲਈ ਚੰਗਾ ਕਰਨਾ, ਠੀਕ ਹੈ। ਮਤਲਬ ਕਿ ਉਸ ਟਾਈਮ 'ਤੇ ਉਹਦੇ ਲਈ ਪੰਡਿਤ ਬਹੁਤ ਇੰਪੋਰਟੈਂਟ ਸੀ, ਕਿਉਂਕਿ ਉਸਨੇ ਦੇਖਿਆ ਕਿ ਪੰਡਿਤ ਨੂੰ ਮੇਰੀ ਜ਼ਰੂਰਤ ਹੈ ਅਤੇ ਉਸਨੇ ਪੰਡਿਤ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਆਫਟਰਵਰਡਸ, ਅਤੇ ਬਾਅਦ ਵਿੱਚ ਜਦੋਂ ਇਹ ਸਾਰਾ ਕੰਮ ਹੋ ਗਿਆ, ਵੈਨ ਦਾ ਮੈਨ ਰਨ ਟੂ ਅਸ, ਜਦੋਂ ਉਹ ਆਦਮੀ ਸਾਡੇ ਕੋਲ ਭੱਜ ਕੇ ਆਇਆ, ਦਾ ਮੋਸਟ ਇੰਪੋਰਟੈਂਟ ਟਾਈਮ ਵਾਜ਼ ਵੈਨ ਯੂ ਵਾਜ਼ ਕੇਅਰਿੰਗ ਫॉर ਹਿਮ, ਠੀਕ ਹੈ। ਉਹਦੇ ਲਈ ਸਭ ਤੋਂ ਮਹੱਤਵਪੂਰਨ ਸਮਾਂ ਕਿਹੜਾ ਸੀ, ਜਦੋਂ ਤੁਸੀਂ ਉਸਦੀ ਟੇਕ ਕੇਅਰ ਕਰ ਰਹੇ ਸੀ। ਬਿਕੋਜ਼ ਇਫ ਯੂ ਹੈਡ ਨੋਟ ਡਰੈਸਡ ਹਿਜ਼ ਵਾਊਂਡ, ਜੇਕਰ ਤੁਸੀਂ ਉਸਦੇ ਜ਼ਖਮਾਂ ਦੀ ਦੇਖਭਾਲ ਨਾ ਕਰਦੇ, ਹੀ ਵੁੱਡ ਹੈਵ ਡਾਈਡ ਵਿਦਾਊਟ ਹੈਵਿੰਗ ਮੇਡ ਪੀਸ ਵਿਦ ਯੂ, ਅਤੇ ਉਸਨੇ ਮਰ ਜਾਣਾ ਸੀ, ਤੁਹਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਉਹ ਸਾਡਾ ਦੁਸ਼ਮਣ ਹੈ। ਸੋ ਹੀ ਵਾਜ਼ ਦਾ ਮੋਸਟ ਇੰਪੋਰਟੈਂਟ ਮੈਨ, ਤਾਂ ਉਸ ਟਾਈਮ 'ਤੇ ਉਸ ਜ਼ਖਮੀ ਦੀ ਦੇਖਭਾਲ ਕੀਤੀ ਤੁਸੀਂ, ਤਾਂ ਉਹ ਜ਼ਖਮੀ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਪਰਸਨ ਸੀ। ਐਂਡ ਵਟ ਯੂ ਡਿਡ ਫॉर ਹਿਮ ਵਾਜ਼ ਦਾ ਮੋਸਟ ਇੰਪੋਰਟੈਂਟ ਬਿਜ਼ਨਸ, ਅਤੇ ਤੁਸੀਂ ਉਸਦੇ ਜ਼ਖਮਾਂ ਦੀ ਦੇਖਭਾਲ ਕੀਤੀ, ਉਹ ਕੰਮ ਤਾਂ ਉਸ ਦੇ ਲਈ ਉਸ ਸਮੇਂ 'ਤੇ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਬਿਜ਼ਨਸ ਸੀ। ਰਿਮੈਂਬਰ ਦੈਨ there is only one time that is important, that time is now. You should also remember that ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਸਮੇਂ ਕਿਹੜਾ ਹੁੰਦਾ ਹੈ, ਪ੍ਰੈਜ਼ੈਂਟ ਟਾਈਮ, ਨਾਓ, ਜਿਹੜਾ ਹੁਣ ਚੱਲ ਰਿਹਾ ਹੈ। ਇਟ ਇਜ਼ ਦਾ ਮੋਸਟ ਇੰਪੋਰਟੈਂਟ ਟਾਈਮ ਬਿਕੋਜ਼ ਇਟ ਇਜ਼ ਦਾ ਓਨਲੀ ਟਾਈਮ ਵੀ ਹੈਵ ਐਨੀ ਪਾਵਰ ਟੂ ਐਕਟ, ਕਿਉਂਕਿ ਅਸੀਂ ਕੰਮ ਇਸੇ ਹੀ ਸਮੇਂ 'ਚ ਕਰ ਸਕਦੇ ਹਾਂ, ਠੀਕ ਹੈ। ਨਾਓ ਤੋਂ ਪਹਿਲਾਂ ਕੀ ਹੁੰਦਾ ਆ, ਯੈਸਟਰਡੇ, ਠੀਕ ਹੈ, ਮਤਲਬ ਕਿ ਬੀਤ ਚੁੱਕਿਆ ਕੱਲ੍ਹ, ਉਹਦੇ 'ਚ ਵੀ ਆਪਾਂ ਕੁਛ ਨਹੀਂ ਕਰ ਸਕਦੇ, ਠੀਕ ਹੈ। ਇਸ ਤੋਂ ਬਾਅਦ ਕੀ ਆਉਣਾ ਹੁੰਦਾ ਆ, ਟਮੋਰੋ, ਹੈ ਨਾ, ਉਹਦੇ 'ਚ ਵੀ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਕੱਲ੍ਹ ਲੰਘ ਚੁੱਕਿਆ ਹੈ, ਯੈਸਟਰਡੇ ਲੰਘ ਚੁੱਕਿਆ ਹੈ, ਅਤੇ ਟਮੋਰੋ ਨੇ ਆਉਣਾ ਹੈ ਅਤੇ ਸਾਨੂੰ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਣਾ ਹੈ, ਠੀਕ ਹੈ। ਅਤੇ ਇਸ ਲਈ ਸਾਡੇ ਲਈ ਸਭ ਤੋਂ ਇੰਪੋਰਟੈਂਟ ਟਾਈਮ ਕਿਹੜਾ ਆ, ਨਾਓ, ਅਤੇ ਇਹ ਕਿਹੜਾ ਹੁੰਦਾ ਆ, ਪ੍ਰੈਜ਼ੈਂਟ, ਠੀਕ ਹੈ। ਸੋ ਪ੍ਰੈਜ਼ੈਂਟ ਟਾਈਮ ਇਜ਼ ਮੋਰ ਇੰਪੋਰਟੈਂਟ ਫॉर ਯੂ, ਠੀਕ ਹੈ। ਇਹੀ ਸਭ ਤੋਂ ਮਹੱਤਵਪੂਰਨ ਸਮੇਂ ਹੁੰਦਾ ਹੈ।
The most necessary person is the person you are with at a particular moment, for no one knows what will happen in the future. ਤੇ ਹੁਣ ਗੱਲ ਆਉਂਦੀ ਹੈ ਕਿ ਸਭ ਤੋਂ ਮਹੱਤਵਪੂਰਨ ਇਨਸਾਨ ਕੌਣ ਹੈ ਆਪਣੇ ਲਈ। ਜਿਸ ਸਮੇਂ ਤੁਸੀਂ ਜਿਸ ਇਨਸਾਨ ਦੇ ਨਾਲ ਹੋ ਉਸ ਟਾਈਮ 'ਤੇ ਤੁਹਾਡੇ ਲਈ ਉਹ ਇਨਸਾਨ ਜ਼ਰੂਰੀ ਹੈ। ਮੰਨ ਲਓ ਤੁਸੀਂ ਆਪਣੇ ਦੋਸਤ ਨਾਲ ਕਿਤੇ ਘੁੰਮਣ ਜਾਂਦੇ ਹੋ, ਠੀਕ ਹੈ, ਬਟ ਤੁਸੀਂ ਉਸ ਦੋਸਤ ਨੂੰ ਕੋਈ ਪ੍ਰੈਫਰੈਂਸ ਹੀ ਨਹੀਂ ਦੇ ਰਹੇ, ਠੀਕ ਹੈ, ਆਪਣਾ ਟਾਈਮ ਜਿਹੜਾ ਸਪੈਂਡ ਹੀ ਨਹੀਂ ਕਰ ਰਹੇ, ਕੁਆਲਿਟੀ ਟਾਈਮ ਤੁਸੀਂ ਤੀਜੇ ਬੰਦੇ ਦੀਆਂ ਗੱਲਾਂ ਕਰੀ ਜਾ ਰਹੇ ਹੋ, ਠੀਕ ਹੈ, ਉਹਨੂੰ ਨਿਗਲੈਕਟ ਕਰੀ ਜਾ ਰਹੇ ਹੋ, ਠੀਕ ਹੈ, ਅਤੇ ਉਸ ਟਾਈਮ ਤੁਹਾਡਾ ਸਾਰਾ ਜਿਹੜਾ ਟਾਈਮ ਬਰਬਾਦ ਹੋ ਗਿਆ ਨਾ, ਤੁਸੀਂ ਚੀਜ਼ਾਂ ਇੰਜੋਏ ਨਹੀਂ ਕੀਤੀਆਂ, ਨਾ ਤੁਸੀਂ ਇੰਜੋਏ ਕੀਤਾ, ਨਾ ਤੁਹਾਡੇ ਦੋਸਤ ਨੇ ਇੰਜੋਏ ਕੀਤਾ, ਠੀਕ ਹੈ। ਤਾਂ ਤੁਹਾਨੂੰ ਕੀ ਕਰਨਾ ਚਾਹੀਦਾ, ਜਿਸ ਵਿਅਕਤੀ ਦੇ ਨਾਲ ਤੁਸੀਂ ਜਿਸ ਸਮੇਂ ਵੀ ਹੋ ਉਸਨੂੰ ਇੱਕ ਪਰਟੀਕੂਲਰ ਟਾਈਮ ਦੇਵੋ, ਕਿਉਂਕਿ ਉਸ ਟਾਈਮ 'ਤੇ ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਪਰਸਨ ਹੈ, ਕਿਉਂਕਿ ਪਤਾ ਨਹੀਂ ਹੁੰਦਾ ਕਿ ਫਿਊਚਰ ਦੇ ਵਿੱਚ ਕੀ ਹੋ ਜਾਣਾ, ਠੀਕ ਹੈ। ਐਂਡ ਵੈਦਰ ਵੀ ਵਿਲ ਮਿਟ ਐਨੀਵਨ ਐਲਸ, ਠੀਕ ਹੈ, ਜਾਂ ਫਿਰ ਤੁਸੀਂ ਕਿਸੇ ਵੀ ਹੋਰ ਵਿਅਕਤੀ ਨੂੰ ਮਿਲਦੇ ਹੋ ਤਾਂ ਉਸ ਵਕਤ 'ਤੇ ਤੁਹਾਡੇ ਲਈ ਉਹ ਇੰਪੋਰਟੈਂਟ ਹੁੰਦਾ, ਕਿਉਂਕਿ ਨਹੀਂ ਪਤਾ ਕਿ ਨੈਕਸਟ ਟਾਈਮ ਤੁਸੀਂ ਉਸਨੂੰ ਕਦੋਂ ਮਿਲੋਗੇ। The most important business is to do that person's good। ਅਤੇ ਸਭ ਤੋਂ ਇੰਪੋਰਟੈਂਟ ਬਿਜ਼ਨਸ ਕਿਹੜਾ ਆ, ਉਸ ਨਾਲ ਜਿਸ ਵਿਅਕਤੀ ਤੁਸੀਂ ਨਾਲ ਹੋ ਉਹਦਾ ਚੰਗਾ ਕਰਨਾ। ਬਿਕੋਜ਼ ਵੀ ਵਰ ਸੈਂਟ ਇਨ ਟੂ ਦ ਵਰਲਡ ਫॉर ਦ ਪਰਪਜ਼ ਐਲੋਨ। ਸਾਨੂੰ ਇਸ ਦੁਨੀਆ ਦੇ ਵਿੱਚ ਇੱਕੋ ਹੀ ਕੰਮ ਕਰਨ ਲਈ ਭੇਜਿਆ ਗਿਆ, ਦੂਸਰਾਂ ਦੀ ਚੰਗਿਆਈ, ਠੀਕ ਹੈ। ਸਾਨੂੰ ਕੀ ਕਰਨ ਦੇ ਲਈ ਭੇਜਿਆ ਗਿਆ ਹੈ, ਗੁੱਡ ਡੀਡਸ, ਓਕੇ। So we should do only good work. So what we learn from this story is present is important for us, all persons important, and do good deeds, okay। ਇਸੇ ਕੰਮ ਵਾਸਤੇ ਆਪਾਂ ਨੂੰ ਇਨਸਾਨਾਂ ਨੂੰ ਪਰਮਾਤਮਾ ਨੇ ਦੁਨੀਆ ਦੇ ਵਿੱਚ ਭੇਜਿਆ। ਸੋ ਥੈਂਕ ਯੂ ਫॉर ਵਾਚਿੰਗ ਦਿਸ ਸਟੋਰੀ। ਆਈ ਹੋਪ ਯੂ ਲਰਨਡ ਅ ਲੋਟ। Reread this story for more clarification, and I hope you all learned the message that is given in this story. Stay blessed, take care.